ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਤੇ ਮੈਂ ਇਹੀ ਆਸਾ ਇਹੀ ਉਮੀਦ ਆਪਣੇ ਚਿੱਤ ਵਿੱਚ ਰੱਖੀ ਹੈ ਤੇ ਮੇਰਾ ਸਾਰਾ ਦੁੱਖ ਤੁਸੀਂ ਗਵਾ ਦੇਵੋ ਹੋਏ ਪਿਆਰੇ ਜੀਓ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਸਾਡੇ ਭਰਾ ਗੁਰਸਿੱਖ ਭਰਾ ਇਸ ਗੁਰੂ ਦਰਸਾਏ ਮਾਰਗ ਤੇ ਚੱਲੇ ਹਨ, ਗੁਰ ਕਹੈ ਸੋ ਕਾਰ ਕਮਾਏ ਜਿਉ। ਹੈ ਪਿਆਰੇ ਜੀਓ, ਜੋ ਗੁਰੂ ਆਖਦਾ ਹੈ ਤੇ ਉਹਨਾਂ ਨੂੰ ਉਹੀ ਕਾਰ ਸੇਵਾ ਟਹਿਲ ਕਰਨੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਇਹ ਸਤਿਗੁਰੂ ਦਾ ਹੁਕਮ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨੋ। ਹਰ ਹਰ ਕਥਾ ਨਿਰਾਲੀ। ਜਿਹੜੇ ਗੁਰਸਿੱਖ ਭਰਾ ਇਸ ਗੁਰਸਿੱਖੀ ਮਾਰਗ ਤੇ ਚੱਲੇ ਨੇ ਤੇ ਫਿਰ ਉਹਨਾਂ ਨੂੰ ਚਾਹੀਦਾ ਹੈ ਪਿਆਰੇ ਜੀ, ਜੋ ਗੁਰੂ ਆਖਦਾ ਉਹੀ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਹੈ। ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਗੁਰਸਿੱਖਾ, ਜੇ ਤੂੰ ਆਪਣੇ ਮਨ ਦੀ ਮਤ ਨੂੰ ਤਿਆਗ ਦੇਵੇਂ ਤੇ ਵਿਸਾਰੇ ਦੂਜਾ ਭਾਉ ਜਿਉ। ਹੈ ਪਿਆਰੇ ਜੀਓ, ਜੇ ਤੂੰ ਆਪਣੇ ਮਨ ਦੇ ਵਿੱਚੋਂ ਦੂਜਾ ਭਾਵ ਦ્વੈਤ ਭਾਵ ਵੀ ਵਿਸਾਰ ਦੇਵੇਂ, ਆਪਣੇ ਮਨ ਦੀ ਮਤ ਛੱਡ ਦੇਵੇਂ ਤੇ ਨਾਲ ਆਪਣੇ ਮਨ ਦੇ ਵਿੱਚੋਂ ਦੂਜਾ ਭਾਵ ਦ્વੈਤ ਭਾਵ ਛੱਡ ਦੇਵੇਂ। ਇਹ ਪਾਵੇਂ ਹਰ ਦਿਲ ਸਾਵੜਾ, ਨ ਲੱਗੈ ਤਤੀ ਵਾਓ ਜਿਉ। ਬਈ ਇਸ ਢੰਗ ਦੇ ਨਾਲ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਕਰ ਸਕਦਾ ਹੈ। ਤੇ ਜਦੋਂ ਇੱਕ ਵਾਰੀ ਵਾਹਿਗੁਰੂ ਦਾ ਦਰਸ਼ਨ ਹੋ ਗਿਆ, ਨਹਿ ਲੱਗੈ ਤਤੀ ਵਾਓ ਜਿਉ। ਹੈ ਪਿਆਰੇ ਜੀਓ, ਫੇਰ ਤੈਨੂੰ ਦੁੱਖ ਦੀ ਤੱਤੀ ਹਵਾ ਨਹੀਂ ਲੱਗੇਗੀ, ਭਾਵ ਤੇਰੇ ਨੇੜੇ ਕਦੇ ਕੋਈ ਦੁੱਖ ਨਹੀਂ ਆਵੇਗਾ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖ ਸਿੱਖ ਦੀ ਅਵਸਥਾ ਬਿਆਨ ਕਰਦੇ ਹਨ। ਗੁਰਮੁਖ ਸਿੱਖ ਇਹ ਆਖਦਾ ਹੈ, ਹਉ ਆਪੋਂ ਬੋਲਣਾ ਜਾਣਦਾ। ਹੇ ਵਾਹਿਗੁਰੂ, ਹੇ ਸਤਿਗੁਰੂ, ਮੈਂ ਆਪਣੇ ਆਪ ਤੇ ਕੁਛ ਵੀ ਬੋਲਣਾ ਨਹੀਂ ਜਾਣਦਾ। ਮੈਂ ਕਹਿਆ ਸਭ ਹੁਕਮ ਆਓ ਜੀਓ। ਮੈਂ ਤੇ ਉਹੀ ਆਖਿਆ ਜੋ ਆਪ ਜੀ ਦਾ ਹੁਕਮ ਹੋਇਆ ਸੀ, ਜੋ ਤੁਹਾਡਾ ਹੁਕਮ ਹੋਇਆ ਸੀ, ਮੈਂ ਤੇ ਸਭ ਕੁਛ ਉਹੀ ਆਖਿਆ ਹੈ। ਤੁਹਾਡੇ ਹੁਕਮ ਤੋਂ ਬਾਹਰ, ਤੁਹਾਡੀ ਆਗਿਆ ਤੋਂ ਬਾਹਰ, ਤੁਹਾਡੀ ਰਜ਼ਾ ਤੋਂ ਬਾਹਰ ਮੈਂ ਕੁਛ ਵੀ ਬੋਲ ਨਹੀਂ ਸਕਦਾ। ਹੈ ਪਿਆਰੇ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜਿਉ। ਉਹ ਗੁਰਸਿੱਖ ਆਖਦਾ ਹੈ, ਹਰ ਭਗਤ ਖਜ਼ਾਨਾ ਬਖਸ਼ਿਆ। ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰੂ ਨੂੰ ਭਗਤੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਤੇ ਗੁਰੂ ਨਾਨਕ ਕੀਆ ਪਸਾਓ ਜਿਉ। ਹੈ ਪਿਆਰੇ ਜੀਓ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਇਹ ਦਾਤਾਂ ਵੰਡੀਆਂ ਨੇ। ਪਸਾਓ ਦਾ ਅਰਥ ਵੀ ਦਾਤਾਂ ਵੰਡਣੀਆਂ। ਗੁਰੂ ਨਾਨਕ ਕੀਆ ਪਸਾਓ ਜਿਉ। ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਗਤੀ ਦਾ ਖਜ਼ਾਨਾ ਬਖਸ਼ਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਸੰਸਾਰ ਨੂੰ ਇਹ ਭਗਤੀ ਦੀਆਂ ਦਾਤਾਂ ਵੰਡੀਆਂ ਹਨ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹੋ ਰੱਜਾ ਤ੍ਰਿਪਤ ਅਗਾਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਨੂੰ ਹੁਣ ਦੁਬਾਰਾ ਮੁੜ ਕੇ ਤ੍ਰਿਸ਼ਨਾ ਦੀ ਭੁੱਖ ਨਹੀਂ ਸਤਾਉਂਦੀ। ਕਿਉਂ? ਹਉ ਰੱਜਾ ਤ੍ਰਿਪਤ ਅਗਾਏ ਜਿਉ। ਤੇ ਮੈਂ ਗੁਰੂ ਦੇ ਪਾਸੋਂ ਨਾਮ ਦੇ ਭਗਤੀ ਦੇ ਖਜ਼ਾਨੇ ਪ੍ਰਾਪਤ ਕਰਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਐਨ ਰੱਜ ਗਿਆ ਹਾਂ। ਕਿਉਂਕਿ ਹਉ ਰੱਜਾ ਤ੍ਰਿਪਤ ਅਗਾਏ ਜਿਉ। ਰੱਜਾ ਸ਼ਬਦ ਵੀ ਆਇਆ, ਤ੍ਰਿਪਤ ਤੇ ਅਗਾਏ ਤਿੰਨੇ ਸ਼ਬਦ ਇੱਕੋ ਹੀ ਭਾਵ ਅਰਥ ਰੱਖਦੇ ਨੇ। ਇਸ ਲਈ ਇਹਨਾਂ ਦਾ ਅਰਥ ਇਉਂ ਮਹਾਂਪੁਰਖ ਕਰਦੇ ਸਨ ਵੀ ਹੁਣ ਮੈਂ ਮਨ ਬਾਣੀ ਸਰੀਰ ਕਰਕੇ ਐਨ ਰੱਜ ਗਿਆ ਹਾਂ। ਜੋ ਗੁਰੂ ਦੀਸੈ ਸਿਖੜਾ, ਤਿਸ ਨਿਵ ਨਿਵ ਲਾਗੋ ਪਾਏ ਜਿਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰ ਦੀਸੈ ਸਿਖੜਾ, ਜੋ ਵੀ ਸਾਨੂੰ ਗੁਰੂ ਦਾ ਸਿੱਖ, ਗੁਰੂ ਦਾ ਨਿਮਾਣਾ ਸਿੱਖ ਵੀ ਦਿਸੇ ਤੇ ਅਸੀਂ ਨਿਵ ਨਿਵ ਕੇ ਉਹਦੇ ਚਰਨੀ ਲੱਗਦੇ ਹਾਂ। ਇਹ ਪਿਆਰੇ ਜੀਓ, ਇਸ ਪੰਕਤੀ ਦੇ ਉੱਤੇ ਥੋੜ੍ਹੀ ਜਿਹੀ ਇੱਕ ਵਿਸ਼ੇਸ਼ ਵਿਚਾਰ ਵੀ ਮਹਾਂਪੁਰਖ ਵਿਦਵਾਨ ਕਰਦੇ ਹਨ। ਬਈ ਕੁਝ ਗੁਰਸਿੱਖਾਂ ਨੇ ਇੱਥੇ ਸਵਾਲ ਕੀਤਾ ਬਈ ਇਹ ਜਿਹੜਾ ਸ਼ਬਦ ਹੈ, ਜੋ ਗੁਰ ਦਿਸੈ ਸਿਖੜਾ, ਬਈ ਕੋਈ ਵੀ ਗੁਰਸਿੱਖ ਦਿਸੇ ਉਹਦੇ ਨਿਵ ਨਿਵ ਕੇ ਚਰਨੀ ਲੱਗਣਾ ਚਾਹੀਦਾ। ਵੀ ਹਰ ਗੁਰਸਿੱਖ ਦੇ ਚਰਨੀ ਲੱਗਣਾ ਚਾਹੀਦਾ, ਮੱਥਾ ਟੇਕਣਾ ਚਾਹੀਦਾ ਹੈ।
ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜੋ ਗੁਰੂ ਨਾਨਕ ਕਾਲ ਤੋਂ ਮਰਜ਼ਾਦਾ ਚੱਲੀ ਸੀ। ਭਾਈ ਗੁਰਦਾਸ ਜੀ ਦੇ ਅਨੁਸਾਰ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਵੀ ਜੇ ਗੁਰੂ ਦਾ ਸਿੱਖ ਨਿਮਾਣਾ ਵੀ ਸਾਨੂੰ ਮਿਲ ਜਾਵੇ, ਉਹਦੇ ਝੁਕ ਝੁਕ ਕੇ ਸਾਨੂੰ ਚਰਨੀ ਲੱਗਣਾ ਚਾਹੀਦਾ। ਇੱਕ ਵਾਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜੋ ਨਾਰੰਗਵਾਲ ਦੇ ਇੱਕ ਬੜੇ ਨਾਮ ਅਭਿਆਸੀ ਗੁਰਸਿੱਖ ਹੋਏ ਹਨ, ਉਹਨਾਂ ਦੇ ਨਾਲ ਕੁਛ ਹੋਰ ਸੱਜਣਾ ਦੀ ਵਿਚਾਰ ਚੱਲ ਪਈ। ਉਹ ਕਹਿਣ ਲੱਗੇ ਵੀ ਦੇਖੋ, ਕੋਈ ਵੀ ਗੁਰਸਿੱਖ ਹੋਵੇ ਵੀ ਉਹਦੇ ਚਰਨਾਂ ਤੇ ਮੱਥਾ ਟੇਕਣਾ ਚਾਹੀਦਾ ਹੈ। ਕਈ ਲੋਕ ਇਹਨਾਂ ਪੰਕਤੀਆਂ ਦਾ ਗਲਤ ਵੀ ਭਾਵ ਲੈਂਦੇ ਨੇ। ਜਿਹੜੇ ਦੇਹਧਾਰੀ ਗੁਰੂ ਬਣਦੇ ਹਨ, ਕੋਈ ਹੋਰ ਡੇਰੇਦਾਰ, ਕੋਈ ਬਾਬੇ ਸੰਤ ਮਹਾਤਮਾ ਲੋਕ ਹੁੰਦੇ ਨੇ, ਉਹ ਕਹਿੰਦੇ ਦੇਖੋ ਗੁਰੂ ਮਹਾਰਾਜ ਨੇ ਆਖਿਆ ਹੈ, ਜੋ ਦਿਸੈ ਗੁਰ ਸਿੱਖੜਾ ਤਿਸ ਨਿਮਰਮ ਲਾਗੋ ਪਾਏ ਜੀਓ, ਵੀ ਗੁਰਸਿੱਖਾਂ ਨੂੰ ਵੀ ਮੱਥਾ ਟੇਕਣਾ ਟਿਕਾਉਣਾ ਚਾਹੀਦਾ। ਪਰ ਇਹਦੇ ਬਾਰੇ ਇੱਕ ਵਿਸ਼ੇਸ਼ ਵਿਚਾਰ ਮਹਾਂਪੁਰਖ ਦੱਸਦੇ ਸਨ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ 1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਿਰਜਣਾ ਕੀਤੀ, ਤਾਂ ਉਸ ਵੇਲੇ ਖਾਲਸੇ ਦੀ ਰਹਿਤ ਮਰਜ਼ਾਦਾ ਸਤਿਗੁਰੂ ਨੇ ਇਹ ਬਣਾਈ ਵੀ ਹਰ ਗੁਰਸਿੱਖ ਜਦੋਂ ਗੁਰਸਿੱਖ ਨੂੰ ਮਿਲੇ ਤਾਂ ਉਸ ਵੇਲੇ ਫਤਿਹ ਬੁਲਾਵੇ। ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਫਤਿਹ ਦਾ ਨਾਅਰਾ ਬਖਸ਼ਿਸ਼ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਕਿਸੇ ਦੇ ਪੈਰਾਂ ਤੇ ਸੀਸ ਨਹੀਂ ਨਵਾਉਣਾ। ਇਹ ਕਲਗੀਧਰ ਪਾਤਸ਼ਾਹ ਨੇ ਮਰਜ਼ਾਦਾ ਚਲਾਈ। ਮਹਾਂਪੁਰਖ ਤਾਂ ਇੱਥੋਂ ਤੱਕ ਵੀ ਬਚਨ ਆਖਦੇ ਸਨ। ਕਹਿੰਦੇ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਤੇ ਫਿਰ ਖਾਲਸੇ ਕੋਲੋਂ ਖੁਦ ਵੀ ਅੰਮ੍ਰਿਤ ਦੀ ਯਾਚਨਾ ਕੀਤੀ ਤੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸੇ ਨੂੰ ਵਰਦਾਨ ਬਖਸ਼ਿਆ। ਤੇ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਸਰਬੱਤ ਅੰਮ੍ਰਿਤਧਾਰੀ ਸਿੰਘਾਂ ਨੂੰ ਵੀ ਇਹ ਆਦੇਸ਼, ਇਹ ਹੁਕਮਨਾਮਾ ਜਾਰੀ ਕੀਤਾ ਸੀ, ਖਾਲਸਾ ਜੀ ਤੁਸੀਂ ਜਦੋਂ ਵੀ ਸਾਡੇ ਕੋਲ ਆਵੋ ਤੇ ਤੁਸੀਂ ਸਾਨੂੰ ਵੀ ਫਤਿਹ ਅਰਜ਼ ਕਰਨੀ ਹੈ, ਫਤਿਹ ਹੀ ਬੁਲਾਉਣੀ ਹੈ, ਸਾਡੇ ਪੈਰਾਂ ਤੇ ਮੱਥਾ ਨਹੀਂ ਟੇਕਣਾ। ਇਹ ਕਲਗੀਧਰ ਪਾਤਸ਼ਾਹ ਨੇ ਇਹ ਮਰਜ਼ਾਦਾ ਬਣਾ ਦਿੱਤੀ ਸੀ ਵੀ ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਉਹ ਸਾਡੇ ਪੈਰਾਂ ਤੇ ਮੱਥਾ ਨਾ ਟੇਕੇ। ਪਰ ਇਹ ਪਹਿਲੀ ਮਰਜ਼ਾਦਾ ਹੈ। ਤੇ ਕਈ ਜਿਹੜੇ ਡੇਰੇਦਾਰ ਸਾਧੂ ਤੇ ਸੰਤ ਬਾਬੇ ਨੇ, ਉਹ ਕਹਿੰਦੇ ਨਹੀਂ ਦੇਖੋ ਗੁਰਸਿੱਖਾਂ ਨੂੰ ਵੀ ਮੱਥਾ ਟੇਕਣਾ ਚਾਹੀਦਾ। ਤੇ ਫਿਰ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਬਾਰੇ ਤੁਸੀਂ ਵਿਚਾਰ ਸੁਣ ਰਹੇ ਸੀ, ਉਹਨਾਂ ਦੇ ਪਾਸ ਕਿਸੇ ਸੱਜਣ ਨੇ ਇਹ ਗੱਲ ਆਖੀ, ਦੇਖੋ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ, ਜੋ ਦਿਸੈ ਗੁਰ ਸਿੱਖੜਾ ਤਿਸ ਨਿਮਰਮ ਲਾਗੋ ਪਾਏ ਜੀਓ, ਵੀ ਗੁਰਸਿੱਖ ਦੇ ਚਰਨਾਂ ਤੇ ਮੱਥਾ ਟੇਕਣਾ ਕੋਈ ਗੁਨਾਹ ਨਹੀਂ, ਟੇਕਣਾ ਚਾਹੀਦਾ। ਪਰ ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ ਨਹੀਂ, ਇਹ ਜਿਹੜਾ ਪਾਠ ਹੈ ਨਾ, ਜੋ ਗੁਰ ਦਿਸੈ, ਜੋ ਦਿਸੈ ਗੁਰ ਸਿੱਖੜਾ, ਉਹ ਕਹਿੰਦੇ ਨਹੀਂ, ਜੋ ਦਿਸੈ ਗੁਰ ਸੇ ਖੜਾ, ਵੀ ਸੱਸੇ ਨੂੰ ਵੱਖਰਾ ਕਰੋ। ਤੇ ਫਿਰ ਉਹਦਾ ਅਰਥ ਉਹਨਾਂ ਨੇ ਇਉਂ ਕੀਤਾ ਹੈ, ਜੋ ਗੁਰ ਦਿਸੈ ਸੇ ਖੜਾ, ਵੀ ਜੇ ਗੁਰੂ ਸਾਨੂੰ ਖੜਾ ਦਿਸੇ ਦੂਰੋਂ ਤੇ ਨਿਮਨਮ ਲਾਗੂ ਪਾਏ ਜੋ, ਵੀ ਉਹਦੇ ਚੁੱਕ ਚੁੱਕ ਕੇ ਚਰਨ ਹੀ ਲੱਗਣਾ ਚਾਹੀਦਾ ਹੈ, ਭਾਵ ਗੁਰੂ ਦੇ ਹੀ ਚਰਨਾਂ ਤੇ ਨਮਸਕਾਰ ਕਰਨੀ ਚਾਹੀਦੀ ਹੈ। ਇਹ ਉਹਨਾਂ ਨੇ ਖਾਲਸੇ ਪੰਥ ਦੀ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਵੀ ਬਚਨ ਆਖੇ। ਪਰ ਜਦੋਂ ਆਪਾਂ ਇਸ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ। ਉਸ ਵੇਲੇ ਪੈਰੀ ਪਵਨਾ ਜਗ ਵਰਤਾਇਆ ਦੀ ਮਰਜ਼ਾਦਾ ਹੀ ਸਿੱਖ ਜਗਤ ਵਿੱਚ ਪ੍ਰਚਲਿਤ ਸੀ। ਜਦੋਂ ਕੋਈ ਗੁਰਸਿੱਖ ਕਿਸੇ ਦੂਸਰੇ ਗੁਰਸਿੱਖ ਨੂੰ ਮਿਲਦਾ ਤੇ ਉਹਦੇ ਪੈਰੀਂ ਪੈਂਦਾ ਸੀ, ਉਹਦੇ ਚਰਨਾਂ ਤੇ ਨਿਮਦਾ ਸੀ, ਕਿਉਂਕਿ ਇਹ ਨਿਮਰਤਾ ਇਹ ਵੀ ਇੱਕ ਵੱਡਾ ਗੁਣ ਸੀ ਜਿਹੜਾ ਗੁਰਸਿੱਖਾਂ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ ਸੀ। ਇਸ ਲਈ ਉਸ ਆਧਾਰ ਦੇ ਉੱਤੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਐਵੇਂ ਇਹਨਾਂ ਅੱਖਰਾਂ ਨੂੰ ਵੱਖਰਾ ਕਰਕੇ ਜੋ ਗੁਰ ਦਿਸੈ ਸੇ ਖੜਾ, ਇਹ ਗੁਰਬਾਣੀ ਦੇ ਨਾਲ ਇੱਕ ਕਿਸਮ ਦਾ ਅਨਿਆਂ ਕਰਨ ਵਾਲੀ ਗੱਲ ਹੀ ਹੈ। ਤੇ ਗੁਰਸਿੱਖਾਂ ਦੀ ਸੇਵਾ ਭਗਤੀ ਵਿੱਚ ਸ਼ਬਦ ਉਚਾਰਨ ਕੀਤਾ ਗਿਆ ਹੈ। ਰਾਗ ਸੂਹੀ ਛੰਤ ਮਹੱਲਾ ਪਹਿਲਾ, ਘਰ ਪਹਿਲਾ, ਇਕ ਓੰਕਾਰ ਸਤਿਗੁਰ ਪ੍ਰਸਾਦ।
ਪਰ ਜੋਬਨ ਮੈਂ ਮਤ ਪਈੜੈ ਕਰ ਪਾਉਣੀ ਬਲਰਾਮ ਜੀਓ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਸ਼ੰਤ ਆਰੰਭ ਹੋ ਰਹੇ ਨੇ। ਸ਼ੰਤ ਉਸ ਰਚਨਾ ਦਾ ਨਾਮ ਹੈ ਜੋ ਮਾਈਆਂ ਬੀਬੀਆਂ ਵਿਆਹ ਜਾਂ ਖੁਸ਼ੀ ਦੇ ਸਮੇਂ ਕੋਈ ਗੀਤ ਗਾਉਂਦੀਆਂ ਸਨ। ਉਸ ਤਾਰੀ ਦੇ ਉੱਤੇ ਗੁਰੂ ਮਹਾਰਾਜ ਨੇ ਇਹ ਗੁਰਬਾਣੀ ਵਿੱਚ ਸ਼ੰਤ ਸ਼ਬਦ ਉਚਾਰਨ ਕੀਤੇ ਹਨ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ। ਰਾਗ ਸੂਹੀ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸ਼ੰਤ ਉਚਾਰਨ ਕਰ ਰਹੇ ਹਨ ਤੇ ਕਰ ਪਹਿਲਾ ਪਹਿਲੇ ਕਾਰ ਸੁਰ ਤਾਲ ਵਿੱਚ ਇਹਨਾਂ ਸ਼ੰਤਾਂ ਨੂੰ ਗਾਵਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਸਤਿਗੁਰੂ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ੰਤ ਵਿੱਚ ਜੀਵ ਨੂੰ ਇੱਕ ਇਸਤਰੀ ਦੱਸਦੇ ਨੇ। ਇਹਦਾ ਪਤੀ ਪਰਮੇਸ਼ਰ ਹੈ। ਹਰ ਜੀਵ ਨੇ ਪਤੀ ਪਰਮੇਸ਼ਰ ਨੂੰ ਮਿਲਣਾ ਹੈ। ਇਹ ਸਾਡੇ ਜੀਵਨ ਦਾ ਮੁੱਖ ਮਨੋਰਥ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਗ ਕਾਲੇ ਦੇਹ ਸੰਜਰੀਆ। ਸਤਿਗੁਰੂ ਦਰਗਾਹੀ ਵਿਚੋਲੇ ਨੇ। ਆਹ ਸੰਸਾਰ ਪੇਕਾ ਘਰ ਹੈ ਤੇ ਪਰਲੋਕ ਸਹੁਰਾ ਘਰ ਹੈ। ਵੀ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹਨਾਂ ਸ਼ੰਤਾਂ ਦੇ ਵਿੱਚ ਉਪਦੇਸ਼ ਦਿੱਤਾ ਹੈ। ਲੋ ਸੰਗਤਾਂ ਪ੍ਰੇਮ ਦੇ ਨਾਲ ਇਹ ਪਵਿੱਤਰ ਸ਼ੰਤਾਂ ਦੀ ਵਿਚਾਰ ਸਰਵਣ ਕਰੋ। ਪਰ ਜੋਬਨ ਮੈਂ ਮਤ ਪਈੜੈ ਕਰ ਪਾਹੁਣੀ ਬਲਰਾਮ ਜੀਓ। ਜਿਹੜਾ ਬਲਰਾਮ ਜੀ ਉਹ ਸ਼ਬਦ ਗੁਰੂ ਮਹਾਰਾਜ ਨੇ ਇਹਨਾਂ ਸ਼ੰਤਾਂ ਵਿੱਚ ਵਰਤਿਆ ਹੈ। ਮਹਾਂਪੁਰਖ ਇਹਦਾ ਅਰਥ ਕਰਦੇ ਸਨ ਬਲਰਾਮ ਜੀਓ। ਮੈਂ ਉਸ ਪ੍ਰਭੂ ਜੀ ਤੋਂ ਬਲਿਹਾਰ ਜਾਨਾ ਹਾਂ। ਹੇ ਪਿਆਰੇ ਜੀ, ਮੈਂ ਉਸ ਵਾਹਿਗੁਰੂ ਤੋਂ ਕੁਰਬਾਨ ਜਾਨਾ ਹਾਂ। ਬਲਰਾਮ ਜੀਓ ਦਾ ਅਰਥ ਮੈਂ ਕੁਰਬਾਨ ਜਾਨਾ ਹਾਂ ਉਸ ਵਾਹਿਗੁਰੂ ਜੀ ਤੋਂ। ਇਹ ਅਰਥ ਮਹਾਂਪੁਰਖ ਕਰਦੇ ਸਨ। ਤੇ ਜਿਹੜੇ ਅਜੋਕੇ ਵਿਦਵਾਨ ਨੇ ਉਹ ਕਹਿੰਦੇ ਨੇ ਬਲਰਾਮ ਜੀਓ ਇਹ ਇੱਕ ਗੁਰੂ ਮਹਾਰਾਜ ਨੇ ਇੱਕ ਅਨੁਪ੍ਰਾਂਸ, ਇੱਕ ਕਾਫੀਆ ਹੀ ਵਰਤਿਆ ਹੈ। ਇਹਦਾ ਅਰਥ ਹੇ ਭਾਈ ਕਰਕੇ ਵੀ ਉਹਨਾਂ ਨੇ ਕੀਤਾ। ਬਲਰਾਮ ਜੀਓ ਵੀ ਮੈਂ ਬਲਿਹਾਰ ਜਾਵਾਂ ਉਸ ਵਾਹਿਗੁਰੂ ਤੋਂ। ਤੇ ਇਹ ਮਹਾਂਪੁਰਖ ਅਰਥ ਕਰਦੇ ਸਨ। ਪਰ ਨਵੇਂ ਵਿਦਵਾਨ ਬਲਰਾਮ ਜੀਓ ਦਾ ਅਰਥ ਕਰਦੇ ਨੇ ਹੇ ਭਾਈ। ਸੋ ਰਹੋ ਵਿਚਾਰ। ਪਰ ਬਲਰਾਮ ਜੀਓ ਦਾ ਅਰਥ ਹੇ ਭਾਈ ਬਣਦਾ ਤਾਂ ਹੈ ਨਹੀਂ। ਇਹਦੇ ਅੱਖਰੀ ਅਰਥ ਇਹੀ ਬਣਦੇ ਨੇ ਬਲਰਾਮ ਜੀਓ ਵੀ ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ। ਪਰ ਜੋਬਨ ਮੈਂ ਮਤ ਪਈੜੈ ਕਰ ਪਾਹੁਣੀ ਬਲਰਾਮ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਉਪਦੇਸ਼ ਦਿੰਦੇ ਹਨ। ਇਹ ਜੀਵ ਰੂਪ ਇਸਤਰੀ ਪਈੜੈ ਕਰ ਪਾਹੁਣੀ। ਇਹ ਪੇਕੇ ਘਰ ਸੰਸਾਰ ਦੇ ਅੰਦਰ, ਇਹ ਸੰਸਾਰ ਰੂਪੀ ਘਰ ਦੇ ਵਿੱਚ ਪਾਹੁਣੀ ਇਹ ਥੋੜ੍ਹੇ ਦਿਨਾਂ ਦੀ ਪ੍ਰਾਹੁਣੀ ਹੈ। ਕਿਉਂਕਿ ਜਿਹੜੀਆਂ ਮਾਈਆਂ ਬੀਬੀਆਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀਆਂ ਸਨ, ਜਦੋਂ ਜਵਾਨ ਹੋ ਜਾਂਦੀਆਂ ਫਿਰ ਉਹਨਾਂ ਦਾ ਵਿਆਹ ਕਰਕੇ ਸਹੁਰੇ ਘਰ ਹੀ ਤੋਰ ਦਿੱਤਾ ਜਾਂਦਾ ਸੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਪਈੜੈ ਕਰ ਪਾਹੁਣੀ। ਇਹ ਜੀਵ ਰੂਪ ਇਸਤਰੀ ਵੀ ਪੇਕੇ ਘਰ ਸੰਸਾਰ ਦੇ ਵਿੱਚ 4 ਦਿਨਾਂ ਦੀ ਪ੍ਰਾਹੁਣੀ ਹੀ ਹੈ। ਪਰ ਜੋਬਨ ਮੈਂ ਮਤ, ਪਰ ਇਹ ਭਰ ਜੋਬਨ ਦੇ ਵਿੱਚ ਭਾਵ ਐਨ ਜਦੋਂ ਸਰੀਰ ਤੇ ਜਵਾਨੀ ਆਈ, ਮੈਂ ਮਤ ਇਹ ਮਮਤਾ ਦੀ ਹੰਕਾਰ ਦੀ ਸ਼ਰਾਬ ਪੀ ਕੇ ਮਸਤ ਹੋ ਗਈ, ਮਦਹੋਸ਼ ਹੋ ਗਈ। ਇਹਨੂੰ ਇਹ ਗੱਲ ਭੁੱਲ ਹੀ ਗਈ ਕਿ ਮੈਂ ਆਹ ਪੇਕਾ ਘਰ ਛੱਡ ਕੇ ਪਰਲੋਕ ਨੂੰ ਵੀ ਜਾਣਾ ਹੈ। ਜਿਵੇਂ ਕੋਈ ਇਸਤਰੀ ਆਪਣੀ ਭਰ ਜੋਬਨ ਦੇ ਵਿੱਚ ਹੰਕਾਰ ਦੀ ਸ਼ਰਾਬ ਪੀ ਕੇ ਤੇ ਉਹ ਭੁੱਲ ਹੀ ਜਾਵੇ ਬਈ ਮੈਂ ਸਹੁਰੇ ਘਰ ਵੀ ਜਾਣਾ ਹੈ, ਇਹੀ ਹਾਲਤ ਇਸ ਜੀਵ ਦੀ ਹੋਈ ਹੈ। ਇਹ ਪੇਕੇ ਘਰ ਸੰਸਾਰ ਦੇ ਵਿੱਚ 4 ਦਿਨਾਂ ਦੀ ਪ੍ਰਾਹੁਣੀ ਬਣ ਕੇ ਆਈ ਸੀ। ਪਰ ਜਦੋਂ ਇਸ ਤੇ ਆ ਕੇ ਜਵਾਨੀ ਭਰੀ ਤੇ ਜਵਾਨੀ ਦੇ ਹੰਕਾਰ ਦੇ ਵਿੱਚ ਤੇ ਜਵਾਨੀ ਦੇ ਹੰਕਾਰ ਦੀ ਸ਼ਰਾਬ ਪੀ ਕੇ ਇਹ ਮਸਤ ਹੋ ਗਈ ਤੇ ਇੱਥੋਂ ਜਾਣ ਦਾ ਨਾਮ ਹੀ ਭੁੱਲ ਗਈ। ਬਲਰਾਮ ਜੀਓ ਮੈਂ ਬਲਿਹਾਰ ਜਾਵਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ।
मैली अवगण चित बिन गुर गुण ना समावनी बलराम जियो। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਲੀ ਅਵਗੁਣ ਚਿਤ ਇੱਥੇ ਵਿਸਰਾਮ ਹੈ। ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ ਹੀ ਪਿਆਰੇ ਜੀਓ। ਮੈਲੀ ਅਵਗੁਣ ਚਿਤ, ਇਹ ਜੀਵ ਰੂਪ ਇਸਤਰੀ ਚਿਤ ਵਿੱਚ ਅਵਗੁਣ ਧਾਰਨ ਕਰਕੇ ਮੈਲੀ ਹੋ ਗਈ ਹੈ। ਕਿਉਂਕਿ ਜਿਸ ਇਸਤਰੀ ਦੇ ਚਿੱਤ ਵਿੱਚ ਅਵਗੁਣ ਆ ਜਾਂਦੇ ਨੇ, ਝੂਠ ਬੋਲਣਾ, ਧੋਖਾ ਕਰਨਾ, ਜਾਣਾ ਕਿਤੇ ਹੋਰ ਤੇ ਦੱਸਣਾ ਕੁਝ ਹੋਰ, ਇਹ ਅਵਗੁਣਾ ਕਰਕੇ ਉਹਦਾ ਮਨ ਮੈਲਾ ਹੋ ਜਾਂਦਾ ਹੈ। ਮੈਲੀ ਅਵਗੁਣ ਚਿੱਤ, ਇਹ ਜੀਵ ਰੂਪ ਇਸਤਰੀ ਚਿੱਤ ਵਿੱਚ ਅਵਗੁਣ ਧਾਰਨ ਕਰਕੇ ਮੈਲੀ ਹੋ ਗਈ ਹੈ। ਬਿਨ ਗੁਰ ਗੁਣ ਨਾ ਸਮਾਵਨੀ, ਬਿਨਾਂ ਗੁਰੂ ਦੀ ਮਿਹਰ ਤੋਂ ਇਹਦੇ ਵਿੱਚ ਜਿਹੜੇ ਚੰਗੇ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਵਿਚਾਰ ਆਦਿਕ, ਉਹ ਇਹਦੇ ਵਿੱਚ ਨਹੀਂ ਸਮਾ ਸਕਦੇ। ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਜੀਵ ਰੂਪ ਇਸਤਰੀ ਨੇ ਗੁਣ ਸਾਰ ਨਾ ਜਾਣੇ, ਦੈਵੀ ਗੁਣਾਂ ਦੀ ਸਾਰ ਜਾਣੀ ਹੀ ਨਹੀਂ, ਤੇ ਭਰਮ ਭੁਲਾਣੀ, ਭਰਮ ਦੇ ਵਿੱਚ ਹੀ ਭੁੱਲ ਗਈ। ਜੋਬਨ ਬਾਦ ਗਵਾਇਆ, ਤੇ ਇਸਨੇ ਹੰਕਾਰ ਦੇ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ, ਤੇ ਇਹਨੇ ਆਪਣਾ ਜੋਬਨ ਵਿਅਰਥ ਹੀ ਗਵਾ ਲਿਆ। ਜੋਬਨ ਤੋਂ ਮੁਰਾਦ ਹੈ ਜਿਹੜੀ ਸ਼ੌਕ ਅਵਸਥਾ ਸੀ, ਰੱਬ ਦੇ ਮਿਲਣ ਦਾ ਮਨੁੱਖੀ ਜੀਵਨ ਦੇ ਵਿੱਚ ਇੱਕ ਸ਼ੌਕ ਪੈਦਾ ਹੁੰਦਾ ਹੈ। ਇਸ ਜੀਵ ਰੂਪ ਇਸਤਰੀ ਨੇ ਦੈਵੀ ਗੁਣਾਂ ਦੀ ਸਾਰ ਹੀ ਨਹੀਂ ਜਾਣੀ, ਕਿਉਂਕਿ ਭਰਮ ਦੇ ਵਿੱਚ ਭੁੱਲ ਗਈ, ਤੇ ਇਸਨੇ ਆਪਣੇ ਜੋਬਨ ਨੂੰ, ਸ਼ੌਕ ਅਵਸਥਾ ਨੂੰ ਵੀ ਵਿਅਰਥ ਗਵਾ ਲਿਆ। ਪਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਿਜ ਨ ਪਾਇਆ। ਕਿਉਂਕਿ ਇਸ ਜੀਵ ਰੂਪ ਇਸਤਰੀ ਨੂੰ ਵਾਰ ਪਤੀ ਪਰਮੇਸ਼ਰ, ਉਹਦਾ ਘਰ, ਉਹਦਾ ਦਰ, ਉਹਦਾ ਦਰਸ਼ਨ ਇਸ ਨੂੰ ਚੰਗਾ ਹੀ ਨਹੀਂ ਲੱਗਿਆ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ। ਵਾਰ ਜੋ ਪਤੀ ਪਰਮੇਸ਼ਰ ਹੈ, ਉਹਦਾ ਘਰ ਸੱਚਖੰਡ ਹੈ, ਤੇ ਉਹਦਾ ਦਰ ਸਾਧ ਸੰਗਤ ਹੈ। ਉੱਥੇ ਜਾ ਕੇ ਮੈਂ ਗੁਰੂ ਦੇ ਦਰਸ਼ਨ ਕਰਾਂ, ਗੁਰੂ ਅੱਗੇ ਅਰਦਾਸ ਬੇਨਤੀ ਕਰਾਂ, ਤਾਂ ਕਿ ਮੈਨੂੰ ਪਰਮੇਸ਼ਰ ਪਤੀ ਮਿਲ ਜਾਵੇ। ਉਸਨੇ ਉਸ ਪਤੀ ਪਰਮੇਸ਼ਰ ਨੂੰ, ਉਹਦੇ ਦਰ ਘਰ ਨੂੰ, ਉਹਦੇ ਦਰਸ਼ਨ ਨੂੰ ਕੁਝ ਸਮਝਿਆ ਹੀ ਨਹੀਂ। ਪਿਰਕਾ ਸਹਿਜ ਨਾ ਪਾਇਆ, ਤੇ ਇਸ ਨੂੰ ਉਸ ਪਤੀ ਦਾ ਸਹਿਜ ਦਾ ਅਰਥ ਸੁਭਾਵ, ਵੀ ਉਸ ਪਤੀ ਪਰਮੇਸ਼ਰ ਦਾ ਸੁਭਾਅ ਵੀ ਚੰਗਾ ਨਾ ਲੱਗਿਆ। ਸਤਿਗੁਰ ਪੂਛ ਨ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ। ਸਤਿਗੁਰੂ ਦਰਗਾਹੀ ਵਿਚੋਲੇ ਸਨ, ਤੇ ਸਤਿਗੁਰੂ ਨੂੰ ਪੁੱਛ ਕੇ ਉਸ ਵਾਹਿਗੁਰੂ ਦੇ ਭਾਵ ਭਗਤੀ ਦੇ ਮਾਰਗ ਤੇ ਚੱਲੀ ਹੀ ਨਹੀਂ। ਸੂਤੀ ਰਹਿਣ ਵਿਹਾਣੀ, ਬਸ ਇੱਥੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਹੋਈ ਦੀ ਸਾਰੀ ਅਵਸਥਾ ਰੂਪੀ ਰਾਤ ਬਤੀਤ ਹੋ ਗਈ। ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਜੀਵ ਰੂਪ ਇਸਤਰੀ ਨੂੰ ਬਾਲ ਤਨ ਦਾ ਅਰਥ ਹੈ ਬਾਲ ਅਵਸਥਾ ਦੇ ਵਿੱਚ ਹੀ, ਭਾਵ ਹਾਲੇ ਕਿਸ਼ੋਰ ਅਵਸਥਾ ਹੀ ਸੀ, ਵੀ ਉਸ ਅਵਸਥਾ ਦੇ ਵਿੱਚ ਹੀ ਇਹਦੇ ਪੱਲੇ ਰੰਡੇਪਾ ਪੈ ਗਿਆ, ਪਤੀ ਨੇ ਛੱਡ ਦਿੱਤਾ। ਬਿਨ ਪਿਰ ਧਨ ਕੁਮਲਾਣੀ, ਬਿਨਾ ਪਿਰ ਪਤੀ ਪਰਮੇਸ਼ਰ ਤੋਂ ਜੀਵ ਰੂਪੀ ਧਨ ਇਸਤਰੀ ਕੁਮਲਾਣੀ ਉਦਾਸ ਹੋ ਗਈ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ। ਲਓ ਹੁਣ ਅੱਗੇ ਬਾਬਾ ਸਤਿਗੁਰੂ ਨੂੰ ਸੰਬੋਧਨ ਕਰਕੇ ਆਖਿਆ ਹੈ, ਬਾਬਾ ਮੈਂ ਵਰ ਦੇ, ਹੇ ਬਾਬਾ ਸਤਿਗੁਰੂ ਤੂੰ ਮੈਨੂੰ ਵਰ ਦੇ, ਪਤੀ ਪਰਮੇਸ਼ਰ ਦਾ ਮੇਲ ਕਰਵਾ ਦੇ। ਮੈਂ ਹਰ ਵਰ ਭਾਵੈ, ਕਿਉਂਕਿ ਮੈਨੂੰ ਪਰਮੇਸ਼ਰ ਪਤੀ ਹੀ ਮਨ ਵਿੱਚ ਪਾਉਂਦਾ ਹੈ। ਜੀਵ ਨੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਇਹ ਅਰਦਾਸ ਕਰਨੀ ਹੈ, ਹੇ ਬਾਬਾ ਸਤਿਗੁਰੂ ਤੂੰ ਮੈਨੂੰ ਪਰਮੇਸ਼ਰ ਪਤੀ ਦੇ, ਜਾਂ ਵਰ ਦਾ ਅਰਥ ਵੀ ਤੂੰ ਮੈਨੂੰ ਐਸਾ ਵਰਦਾਨ ਦੇ ਵੀ ਵਾਹਿਗੁਰੂ ਦੇ ਨਾਲ ਮੇਰਾ ਮਿਲਾਪ ਹੋ ਜਾਵੇ। ਮੈਂ ਹਰ ਵਰ ਭਾਵੈ, ਕਿਉਂਕਿ ਮੈਨੂੰ ਪਰਮੇਸ਼ਰ ਪਤੀ ਹੀ ਪਾਉਂਦਾ ਹੈ। ਤਿਸ ਕੀ ਬਲਰਾਮ ਜੀਓ, ਤੇ ਮੈਂ ਉਸ ਦੀ ਬਣ ਜਾਵਾਂ, ਤੇ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ। ਰਵ ਰਿਆ ਜੁਗ ਚਾਰ ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ। ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਰਵ ਰਿਹਾ ਜੁਗ ਚਾਰ, ਉਹ ਚਾਰੇ ਯੁਗਾਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਚਾਰੇ ਯੁਗਾਂ ਦੇ ਵਿੱਚ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ, ਵੀ ਜਿਸ ਦੀ ਬਾਣੀ ਤਿੰਨੇ ਭਵਨਾਂ ਦੇ ਵਿੱਚ ਹੀ ਪੜ੍ਹੀ ਸੁਣੀ ਜਾਂਦੀ ਹੈ।
ਭਾਵ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਧੁਰ ਕੀ ਬਾਣੀ ਤਿੰਨੇ ਹੀ ਭਵਨਾਂ ਦੇ ਵਿੱਚ ਸਤਕਾਰੀ ਜਾਂਦੀ ਹੈ। ਬਲਰਾਮ ਜੀਓ, ਹੇ ਪਿਆਰੇ ਜੀਓ, ਮੈਂ ਉਸ ਪਤੀ ਪਰਮੇਸ਼ਰ ਤੋਂ ਕੁਰਬਾਨ ਜਾਨੀ ਹਾਂ। ਤ੍ਰਿਭਵਨ ਕੰਤ ਰਵੈ ਸੁਹਾਗਣ, ਅਵਗਣਵੰਤੀ ਦੂਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੀ ਸੁਹਾਗਵੰਤੀ ਰੂਹ ਹੈ, ਨਾਮ ਜਪਣ ਵਾਲੀ, ਪ੍ਰਭੂ ਦੇ ਨਾਲ ਪਿਆਰ ਕਰਨ ਵਾਲੀ ਜਿਹੜੀ ਸੁਹਾਗਣ ਹੈ, ਤ੍ਰਿਭਵਨ ਕੰਤ ਰਵੈ, ਉਹ ਤਿੰਨੇ ਭਵਨਾਂ ਦੇ ਮਾਲਕ, ਤ੍ਰਿਲੋਕੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਨੂੰ ਮਾਣਦੀ ਹੈ। ਅਵਗਣਵੰਤੀ ਦੂਰੇ, ਤੇ ਜਿਹੜੀ ਔਗਣਾ ਵਾਲੀ ਮਨਮੁਖ ਰੂਹ ਹੈ, ਪ੍ਰਭੂ ਦੇ ਪਿਆਰ ਤੋਂ ਸਖਣੀ, ਦੈਵੀ ਗੁਣਾ ਤੋਂ ਹੀਣੀ, ਉਹ ਔਗਣਾ ਵਾਲੀ ਹਮੇਸ਼ਾ ਪਤੀ ਤੋਂ ਦੂਰ ਹੀ ਰਹਿੰਦੀ ਹੈ। ਜੈਸੀ ਆਸਾ ਤੈਸੀ ਮਨਸਾ, ਪੂਰ ਰਿਹਾ ਭਰਪੂਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਐਸਾ ਦਿਆਲੂ ਕਿਰਪਾਲੂ ਹੈ। ਜੈਸੀ ਆਸਾ, ਇਹ ਜੀਵ ਰੂਪ ਇਸਤਰੀ ਦੀ ਜਿਹੋ ਜੀ ਵੀ ਆਸਾ ਇੱਛਾ ਹੁੰਦੀ ਹੈ, ਤੈਸੀ ਮਨਸਾ, ਤੇ ਜਿਹੋ ਜੀ ਉਹਦੀ ਮਨਸਾ ਦਾ ਅਰਥ ਹੈ ਕੋਈ ਉਹਦੀ ਵਾਸ਼ਨਾ ਹੁੰਦੀ ਹੈ। ਆਸਾ ਕਹਿੰਦੇ ਨੇ ਉਮੀਦ ਨੂੰ, ਮਨਸਾ ਕਹਿੰਦੇ ਨੇ ਖਾਹਿਸ਼ ਨੂੰ। ਜਿਹੋ ਜੀ ਉਹਦੀ ਕੋਈ ਉਮੀਦ ਹੁੰਦੀ ਹੈ ਜਾਂ ਜਿਹੋ ਜੀ ਉਹਦੀ ਕੋਈ ਖਾਹਿਸ਼ ਹੁੰਦੀ ਹੈ, ਉਸਨੂੰ ਪੂਰੀ ਕਰਦਾ। ਪੂਰ ਰਹਿਆ ਪਰ ਪੂਰੇ, ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਐਨ ਪੂਰੀ ਤਰ੍ਹਾਂ ਪਰਿਪੂਰਨ ਹੋ ਰਿਹਾ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨ ਮੈਲੇ ਵਿਸੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕੀ ਨਾਰ ਸੋ ਸਰਬ ਸੁਹਾਗਣ, ਜਿਹੜੀ ਵਾਹਿਗੁਰੂ ਦੀ ਨਾਰ ਇਸਤਰੀ ਬਣ ਗਈ, ਭਾਵ ਜਿਹੜੀ ਆਤਮਾ ਉਸ ਪਰਮਾਤਮਾ ਦੇ ਨਾਲ ਮਿਲ ਗਈ, ਸੋ ਸਰਬ ਸੁਹਾਗਣ, ਬਈ ਉਹ ਤੇ ਸਰਬ ਕਾਲ ਸਰਬ ਦਾ ਸੁਹਾਗਣ ਬਣ ਗਈ। ਰਾਂਡ ਨਾ ਮੈਲੇ ਵੈਸੇ, ਤੇ ਨਾ ਕਦੇ ਉਹ ਰੰਡੀ ਹੁੰਦੀ, ਵਿਧਵਾ ਹੁੰਦੀ, ਤੇ ਨਾ ਹੀ ਕਦੇ ਉਸਨੂੰ ਮੈਲਾ ਵੇਸ ਧਾਰਨ ਕਰਨਾ ਪੈਂਦਾ ਹੈ। ਨਾਨਕ ਮੈਵਰ ਸਾਚਾ ਭਾਵੈ, ਜੁਗ ਜੁਗ ਪ੍ਰੀਤਮ ਤੈਸੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸਤਰੀ ਰੂਪਕ ਅਲੰਕਾਰ ਦੇ ਵਿੱਚ ਮੈਨੂੰ ਉਹ ਸੱਚਾ ਵਰ ਪਤੀ ਪਰਮੇਸ਼ਰ ਹੀ ਪਾਉਂਦਾ ਹੈ। ਜੁਗ ਜੁਗ ਪ੍ਰੀਤਮ ਤੈਸੇ, ਕਿਉਂਕਿ ਉਹ ਪ੍ਰੀਤਮ ਪਿਆਰੇ ਪ੍ਰਭੂ ਜੀ ਵੀ ਜੁਗਾਂ ਜੁਗਾਂ ਤੱਕ ਉਹੋ ਜਿਹੇ ਹੀ ਰਹਿੰਦੇ ਨੇ, ਉਹਨਾਂ ਤੇ ਕਦੇ ਬੁਢੇਪਾ ਨਹੀਂ ਆਉਂਦਾ। ਕਿਉਂਕਿ ਸਤਿਗੁਰੂ ਦੇ ਬਚਨ ਨੇ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਸ ਦੁੱਖ ਨਹੀਂ ਜਮ ਜਾਲਾ। ਉਸ ਵਾਹਿਗੁਰੂ ਪਰਮੇਸ਼ਰ ਤੇ ਕਦੇ ਬੁਢੇਪਾ ਨਹੀਂ ਆਉਂਦਾ। ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਆਦੇਸ ਤਿਸੈ ਆਦੇਸ, ਆਦਿ ਅਨੀਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਵੀ ਜੁਗਾਂ ਜੁਗਾਂ ਵਿੱਚ ਵਾਹਿਗੁਰੂ ਜੀ ਇਹੋ ਜਿਹੇ ਰਹਿੰਦੇ ਹਨ। ਬਾਬਾ ਲਗਨ ਗਣਾਏ ਹਮ ਭੀ ਵੰਜਾਂ, ਸੌਰੈ ਬਲਰਾਮ ਜੀਓ। ਬਾਬਾ ਹੁਣ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਹੇ ਬਾਬਾ ਸਤਿਗੁਰੂ ਲਗਨ ਗਣਾਏ, ਤੂੰ ਸਾਡਾ ਵੀ ਲਗਨ ਗਣਾ ਦੇ, ਕੋਈ ਸਾਡਾ ਵੀ ਕੋਈ ਸਾਹ ਸੁਧਾ ਦੇ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਵੀ ਬੱਚੇ ਬੱਚੀ ਦਾ ਵਿਆਹ ਕਰਨਾ ਹੁੰਦਾ ਸੀ, ਤੇ ਲੋਕ ਪੰਡਤ ਪਾਧਿਆਂ ਦੇ ਕੋਲ ਜਾਂਦੇ ਸਨ, ਜੋਤਸ਼ੀਆਂ ਕੋਲ ਜਾਂਦੇ ਸਨ। ਹੁਣ ਵੀ ਕਈ ਲੋਕ ਜਾਂਦੇ ਆ, ਬਈ ਉਹਨਾਂ ਦੇ ਕੋਲੋਂ ਕੋਈ ਨਾ ਕੋਈ ਲਗਨ ਗਣਾਉਂਦੇ ਸਨ, ਕੋਈ ਨਾ ਕੋਈ ਸਾਹ ਸੁਧਾਉਂਦੇ ਸਨ, ਕੋਈ ਚੰਗਾ ਦਿਨ ਉਹਨਾਂ ਤੋਂ ਪੁੱਛਦੇ ਸਨ। ਤੇ ਹੁਣ ਉਸ ਪੁਰਾਣੇ ਰਿਵਾਜ ਦੇ ਹਿਸਾਬ ਦੇ ਨਾਲ ਇੱਥੇ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਬਾਬਾ ਲਗਨ ਗਣਾਏ। ਇਹ ਅਰਦਾਸ ਗੁਰੂ ਦੇ ਚਰਨਾਂ ਵਿੱਚ ਹੀ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਗੁਰਸਿੱਖ ਨੇ ਗੁਰੂ ਦੇ ਪਾਸ ਬੇਨਤੀ ਕਰਨੀ ਹੈ, ਸਤਿਗੁਰੂ ਜੀ ਤੁਸੀਂ ਮੇਰਾ ਕੋਈ ਲਗਨ ਗਿਣ ਦਿਓ, ਕੋਈ ਮੇਰਾ ਲਗਨ ਕਢਾ ਦਿਓ। ਹਮ ਵੀ ਵੰਜਾਂ ਸਹੁਰੇ, ਮੈਂ ਵੀ ਸਹੁਰੇ ਘਰ ਰੱਬ ਦੇ ਘਰ ਜਾਵਾਂ, ਪਤੀ ਪਰਮੇਸ਼ਰ ਦੇ ਘਰ ਜਾਵਾਂ। ਬਲਰਾਮ ਜੀਓ, ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ। ਹੇ ਸਤਿਗੁਰੂ ਜੀ ਕਿਰਪਾ ਕਰੋ, ਕੋਈ ਮੇਰਾ ਵੀ ਲਗਨ ਕਢਾ ਦਿਓ, ਕੋਈ ਮੇਰਾ ਵੀ ਸਾਹ ਸੁਧਵਾ ਦਿਓ, ਤਾਂ ਕਿ ਮੈਂ ਵੀ ਸਹੁਰੇ ਘਰ ਪਰਮੇਸ਼ਰ ਦੇ ਘਰ ਜਾ ਸਕਾਂ। ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ। ਤਾਂ ਅੱਗੋਂ ਸਤਿਗੁਰੂ ਮਹਾਰਾਜ ਆਖਦੇ ਨੇ ਇਸ ਜੀਵ ਰੂਪ ਇਸਤਰੀ ਨੂੰ, ਸਾਹਾ ਹੁਕਮ ਰਜਾਏ, ਵੀ ਜਿਹੜਾ ਅਸਲੀ ਸਾਹਾ ਹੈ ਵਾਹਿਗੁਰੂ ਦੇ ਮਿਲਾਪ ਦਾ ਦਿਹਾੜਾ ਹੈ, ਉਸ ਰਜ਼ਾ ਦੇ ਮਾਲਕ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਨਿਕਲਦਾ ਹੈ। ਸਾਹਾ ਹੁਕਮ ਰਜਾਏ,
ਉਸ ਰਜ਼ਾ ਦੇ ਮਾਲਕ ਵਾਹਿਗੁਰੂ ਦੇ ਹੁਕਮ ਦਾ ਸਦਕਾ ਹੀ ਉਹ ਸਾਹੇ ਦਾ ਦਿਨ ਮੁਕਰਰ ਹੁੰਦਾ ਹੈ, ਸੋ ਨਾ ਟਲੇ। ਤੇ ਜਿਹੜਾ ਵਾਹਿਗੁਰੂ ਨੇ ਉਹ ਦਿਨ ਕੱਢ ਦਿੱਤਾ, ਸਾਹੇ ਦਾ ਦਿਨ ਸਾਨੂੰ ਕੱਢ ਦਿੱਤਾ, ਉਹ ਕਦੇ ਟਲ ਨਹੀਂ ਸਕਦਾ। ਕਿ ਉਹ ਸਾਹੇ ਦਾ ਦਿਨ ਕਿਹੜਾ ਹੈ, ਇਹਦੇ ਬਾਰੇ ਬਾਬਾ ਫਰੀਦ ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਹੈ। ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੋਹੇ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਨਾਏ। ਇਹ ਬਾਬਾ ਫਰੀਦ ਜੀ ਦੇ ਬਚਨ ਨੇ। ਸਾਹਾ ਹੁਕਮ ਰਜਾਏ, ਸਾਹਾ ਦਾ ਅਰਥ ਹੈ ਮਰਨ ਦਾ ਦਿਨ, ਮੌਤ ਦਾ ਦਿਨ। ਇਹ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਲਿਖਿਆ ਜਾਂਦਾ ਹੈ, ਸੋ ਨਾ ਟਲੇ, ਉਹ ਕਦੀ ਟਲ ਵੀ ਨਹੀਂ ਸਕਦਾ। ਮਰਨ ਲਿਖਾਏ ਮੰਡਲ ਮਹਿ ਆਏ, ਕਿਉਂ ਰਹੀਐ ਚੱਲਣਾ ਪਰਥਾਏ। ਜੋ ਪ੍ਰਭ ਕਰੇ, ਜੋ ਵਾਹਿਗੁਰੂ ਕਰਦਾ ਉਹੀ ਹੁੰਦਾ ਹੈ। ਬਲਰਾਮ ਜੀ ਉਹੇ ਪਿਆਰੇ ਜੀ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਈਏ। ਕਿਰਤ ਪਿਆ ਕਰਤੈ ਕਰ ਪਾਇਆ, ਮੇਟ ਨ ਸਕੈ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿਰਤ ਪਿਆ, ਕਿਉਂਕਿ ਸਹੁਰਾ ਘਰ ਪਰਲੋਕ ਹੈ ਨਾ। ਪਰਲੋਕ ਜਾਣ ਦਾ ਦਿਨ ਹੈ, ਮੌਤ ਦਾ ਦਿਨ ਹੀ ਬਣਦਾ, ਉਹਨੂੰ ਸਾਹੇ ਦੇ ਦਿਨ ਦੇ ਨਾਲ ਤੁਲਨਾ ਦਿੱਤੀ ਹੈ। ਕਰਤੈ ਕਰ ਪਾਇਆ, ਕਿਰਤ ਪਿਆ ਕਰਤੈ ਕਰ ਪਾਇਆ। ਜੋ ਸਾਡੇ ਜੀਵਾਂ ਦੇ ਮੱਥੇ ਉੱਤੇ ਕਿਰਤ ਪਿਆ, ਲੇਖ ਪਿਆ ਹੋਇਆ, ਕਰਤੈ ਕਰ ਪਾਇਆ, ਉਸ ਕਰਤਾ ਪੁਰਖ ਵਾਹਿਗੁਰੂ ਨੇ ਹੀ ਆਪਣੇ ਹੱਥੀਂ ਲਿਖ ਕੇ ਪਾਇਆ ਹੋਇਆ। ਜੋ ਸਾਡੇ ਜੀਵਾਂ ਦੇ ਮੱਥੇ ਤੇ ਲੇਖ ਪਿਆ ਹੋਇਆ, ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪਣੀ ਹੱਥੀਂ ਲਿਖ ਕੇ ਪਾਇਆ ਹੋਇਆ। ਹਾਥ ਕਲਮ ਅਗਮ ਮਸਤਕ ਲੇਖਾਵਤੀ, ਮੇਟ ਨਾ ਸਕੈ ਕੋਈ। ਉਸ ਵਾਹਿਗੁਰੂ ਦੇ ਲਿਖੇ ਲੇਖ ਨੂੰ ਭਾਈ ਕੋਈ ਵੀ ਮੇਟ ਨਹੀਂ ਸਕਦਾ। ਜਾਂਜੀ ਨਾਉ ਨਰਹਿ ਨ ਕੇਵਲ ਰਵ ਰਿਆ ਤਿਉ ਲੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾਂਜੀ ਨਾਉ ਨਰਹਿ ਨਹਿ ਕੇਵਲ। ਉਸ ਨਰਾਂ ਨੂੰ ਹਰੇ ਪਰੇ ਕਰਨ ਵਾਲਾ, ਨਿਹ ਕੇਵਲ ਦਾ ਅਰਥ ਹੈ ਸ਼ੁੱਧ ਸਰੂਪ ਵਾਹਿਗੁਰੂ। ਜਾਂਜੀ ਨਾਉ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੰਤ ਮਹਾਂਪੁਰਖ ਭਾਈ ਸਾਡੇ ਜਾਂਜੀ ਨੇ। ਕਿਉਂਕਿ ਜਦੋਂ ਬਰਾਤ ਚੜ੍ਹਦੀ ਉਹਦੇ ਵਿੱਚ ਜਾਂਜੀ ਵੀ ਤਾਂ ਨਾਲ ਹੁੰਦੇ ਨੇ ਨਾ। ਇੱਧਰ ਜਾਂਜੀ ਨਾਉ ਨਰਹਿ ਨੇ ਕੇਵਲ, ਸਤਿਗੁਰੂ ਕਹਿੰਦੇ ਨੇ ਵੀ ਉਹ ਨਰਹਿ ਨੇ ਕੇਵਲ, ਜਿਹੜਾ ਉਹ ਨਰਾਂ ਨੂੰ ਹਰੇ ਪਰੇ ਕਰਨ ਵਾਲਾ ਨਹੀਂ, ਕੇਵਲ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਉਹਦਾ ਨਾਮ ਜਪਣ ਵਾਲੇ ਮਹਾਂਪੁਰਖ ਸਾਡੇ ਜਾਂਜੀ ਨੇ। ਰਵ ਰਹਿਆ ਤਿਹੁ ਲੋਈ, ਉਹ ਪਤੀ ਪਰਮੇਸ਼ਰ ਤਿੰਨੇ ਲੋਕਾਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਵਿਆਹ ਕਰਨ ਦੇ ਲਈ ਜਾ ਰਹੇ ਹਾਂ। ਤੇ ਸਾਡੇ ਨਾਲ ਬਰਾਤੀ ਕੌਣ ਨੇ? ਵਾਹਿਗੁਰੂ ਦਾ ਨਾਮ ਜਪਣ ਵਾਲੇ ਸੰਤ ਮਹਾਂਪੁਰਖ ਸਾਡੇ ਬਰਾਤੀ ਹਨ। ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੇ ਹਿਤੇ। ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਾਂਜੀ ਦਾ ਅਰਥ ਇੱਥੇ ਲਾੜਾ ਵੀ ਕੀਤਾ। ਜਾਂਜੀ ਨਾਮ ਨਰਹਿ ਨੇ ਕੇਵਲ, ਵੀ ਉਸ ਪਰਮੇਸ਼ਰ ਪਤੀ ਦਾ ਨਾਮ ਹੀ ਲਾੜਾ ਹੈ ਸਾਡਾ। ਤੇ ਉਹ ਪਰਮੇਸ਼ਰ ਤਿੰਨੇ ਲੋਕਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਪਰ ਕੁਛ ਵਿਦਵਾਨਾਂ ਨੇ ਇਹਦੇ ਉੱਤੇ ਇਹ ਉਟੰਕਣਾ ਕੀਤੀ ਹੈ ਵੀ ਜਾਂਜੀ ਦਾ ਅਰਥ ਲਾੜਾ ਨਹੀਂ ਹੁੰਦਾ। ਜਾਂਜੀ ਜਿਹੜੇ ਬਰਾਤੀ ਸੱਜਣ ਹੋਰ ਹੁੰਦੇ ਨੇ ਉਹਨਾਂ ਨੂੰ ਜਾਂਜੀ ਕਿਹਾ ਜਾਂਦਾ ਹੈ। ਲਾੜੇ ਦੀ ਜਿਹੜੀ ਉਹ ਪੋਜੀਸ਼ਨ ਵੱਖਰੀ ਹੁੰਦੀ ਆ ਜਾਂਜੀਆਂ ਨਾਲੋਂ। ਇਸ ਲਈ ਜਾਂਜੀ ਨਾਉ ਨਰਹਿ ਨਹਿ ਕੇਵਲ, ਪਰਮੇਸ਼ਰ ਦਾ ਨਾਮ ਜਪਣ ਵਾਲੇ ਮਹਾਂਪੁਰਖ ਉਹ ਜਾਂਜੀ ਬਣਦੇ ਨੇ। ਕਿਉਂਕਿ ਹੋਰ ਥਾਵਾਂ ਤੇ ਵੀ ਮਿਲ ਸੰਤ ਜਨਾ ਜੰਝ ਆਈ, ਇਹ ਸ਼ਬਦ ਗੁਰਬਾਣੀ ਵਿੱਚ ਲਿਖੇ ਮਿਲਦੇ ਨੇ ਵੀ ਮਹਾਂਪੁਰਖ ਜਾਂਜੀ ਬਰਾਤੀ ਬਣਦੇ ਨੇ। ਜਾਂਜੀ ਨਾਉ ਨਰਹਿ ਨਹਿ ਕੇਵਲ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਮਹਾਂਪੁਰਖ ਜਾਂਜੀ ਹਨ। ਤੇ ਰਵ ਰਹਿਆ ਤਿਹੁ ਲੋਈ, ਉਹ ਵਾਹਿਗੁਰੂ ਤਿੰਨੇ ਲੋਕਾਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੇ ਹਿਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਜੀਵ ਰੂਪ ਬਾਲੀ ਦਾ ਅਰਥ ਹੈ ਲੜਕੀ ਤੇ ਬਾਲੇ ਦਾ ਅਰਥ ਹੈ ਲਾੜਾ, ਬਾਲੀ ਬਾਲਾ ਹਿਤੇ, ਜਦੋਂ ਲਾੜੀ ਦਾ ਲਾੜੇ ਨਾਲ ਪਿਆਰ ਹੋ ਜਾਂਦਾ ਹੈ, ਭਾਵ ਜਦੋਂ ਕਿਸੇ ਜੀਵ ਰੂਪ ਇਸਤਰੀ ਦਾ ਪਤੀ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਮਾਏ ਨਿਰਾਸੀ ਰੋਏ ਵਿਛੁੰਨੀ, ਉਸ ਵੇਲੇ ਜਿਹੜੀ ਮਾਂ ਹੈ ਬਈ ਉਹ ਆਪਣੀ ਧੀ ਤੋਂ ਵਿਛੜ ਕੇ ਨਿਰਾਸ਼ ਹੋ ਕੇ ਰੋਂਦੀ ਹੈ। ਕਿਉਂਕਿ ਇਹ ਵੀ ਇੱਕ ਰਿਵਾਜ ਹੈ, ਜਦੋਂ ਕਿਸੇ ਬੀਬੀ ਦਾ ਵਿਆਹ ਕੀਤਾ ਜਾਂਦਾ ਹੈ
ਵਿਆਹ ਤੋਂ ਬਾਅਦ ਜਦੋਂ ਉਸ ਦਾ ਪਤੀ ਉਸ ਨੂੰ ਆਪਣੇ ਘਰ ਲਿਜਾਂਦਾ ਹੈ ਤੇ ਉਸ ਵੇਲੇ ਜਿਹੜੀਆਂ ਬੀਬੀਆਂ ਵੀ ਰੋਂਦੀਆਂ ਨੇ ਤੇ ਮਾਂ ਵੀ ਉਹਨਾਂ ਦੀ ਰੋਂਦੀ, ਇੱਕ ਦੂਸਰੇ ਦੇ ਗਲ ਲੱਗ ਕੇ। ਤੇ ਸਤਿਗੁਰੂ ਉਸ ਚੀਜ਼ ਨੂੰ ਇੱਥੇ ਇਉਂ ਬਿਆਨ ਕਰ ਰਹੇ ਹਨ, ਮਾਏ ਨਰਾਸੀ ਰੋਏ ਵਿਛੁੰਨੀ ਬਾਲੀ ਬਾਲਾ ਹੈ। ਤੇ ਜਦੋਂ ਲਾੜੀ ਦਾ ਲਾੜੇ ਨਾਲ ਮੋਹ ਪਿਆਰ ਹੋ ਗਿਆ, ਉਹ ਉਹਦੇ ਨਾਲ ਜਾਣ ਵਾਸਤੇ ਤਿਆਰ ਹੋ ਗਈ। ਮਾਏ ਨਰਾਸੀ ਰੋਏ ਵਿਛੁੰਨੀ, ਜਿਹੜੇ ਉਹਦੀ ਮਾਂ ਸੀ ਉਹ ਨਿਰਾਸ਼ ਹੋ ਕੇ ਆਪਣੀ ਧੀ ਤੋਂ ਵਿਛੜ ਕੇ ਰੋਣ ਲੱਗ ਪਈ। ਇੱਧਰ ਹੁਣ ਕਿਹੜੀ ਮਾਂ ਹੈ? ਮਾਂ ਹੈ ਮਾਇਆ, ਜਿਸ ਮਾਇਆ ਨੇ ਸਾਨੂੰ ਸਾਰਿਆਂ ਨੂੰ ਹੀ ਜਨਮ ਦਿੱਤਾ ਹੈ। ਇਹ ਮਾਇਆ ਹੀ ਸਾਡੀ ਮਾਂ ਹੈ ਤੇ ਪਰਮੇਸ਼ਰ ਪਿਤਾ ਹੈ। ਮਾਇਆ ਪਰਮੇਸ਼ਰ ਦੀ ਸ਼ਕਤੀ ਹੈ ਨਾ, ਇਸ ਲਈ ਪਰਮੇਸ਼ਰ ਸਾਡਾ ਪਿਤਾ ਹੈ ਤੇ ਮਾਏ ਮਾਂ ਹੋ ਗਈ ਮਾਇਆ। ਮਾਏ ਨਰਾਸੀ ਰੋਏ ਵਿਛੁੰਨੀ ਬਾਲੀ ਬਾਲਾ ਹੈ। ਤੇ ਜਦੋਂ ਜੀਵ ਰੂਪ ਲਾੜੀ ਦਾ ਉਸ ਲਾੜੇ ਪਰਮੇਸ਼ਰ ਪਤੀ ਨਾਲ ਪਿਆਰ ਹੋ ਗਿਆ, ਜਿਹੜੀ ਇਹ ਮਾਇਆ ਰੂਪੀ ਮਾਂ ਸੀ ਵੀ ਇਹ ਉਸ ਜੀਵ ਦੇ ਨਾਲੋਂ ਵਿਛੜ ਕੇ ਤੇ ਨਿਰਾਸ਼ ਹੋ ਕੇ ਰੋਣ ਲੱਗ ਪਈ ਵੀ ਹੁਣ ਇਹ ਜਿਹੜਾ ਜੀਵ ਹੈ ਇਹ ਮੇਰੇ ਪਾਸ ਨਹੀਂ ਆਵੇਗਾ। ਜਿਹੜਾ ਜੀਵ ਇੱਕ ਵਾਰੀ ਵਾਹਿਗੁਰੂ ਦੇ ਕੋਲ ਚਲਿਆ ਗਿਆ ਉਹ ਮੁੜ ਕੇ ਮਾਇਆ ਦੇ ਚੱਕਰ ਵਿੱਚ ਨਹੀਂ ਆਉਂਦਾ। ਇਸੇ ਲਈ ਉਹ ਮਾਇਆ ਨਿਰਾਸ਼ ਹੋ ਕੇ ਵਿਛੜ ਕੇ ਰੋਂਦੀ ਹੈ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜੀਵ ਰੂਪ ਇਸਤਰੀ ਨਾਨਕ ਸਾਚ ਸ਼ਬਦ ਸੁਖ ਮਹਿਲੀ, ਉਹ ਸੱਚੇ ਸ਼ਬਦ ਦੁਆਰਾ ਉਸ ਵਾਹਿਗੁਰੂ ਦੇ ਮਹਿਲ ਵਿੱਚ ਜਾ ਕੇ ਸੁਖ ਪ੍ਰਾਪਤ ਕਰਦੀ ਹੈ। ਕਿਹੜੀ? ਗੁਰ ਚਰਣੀ ਪ੍ਰਭ ਚੇਤੇ, ਜਿਹੜੇ ਗੁਰੂ ਦੇ ਚਰਨੀ ਲਾ ਕੇ ਵਾਹਿਗੁਰੂ ਨੂੰ ਚੇਤੇ ਕਰਦੀ ਹੈ। ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ, ਜਿਹੜੀ ਗੁਰੂ ਦੇ ਚਰਨੀ ਲਾ ਕੇ ਪਤੀ ਪਰਮੇਸ਼ਰ ਨੂੰ ਚੇਤੇ ਕਰਦੀ ਹੈ, ਉਹ ਗੁਰੂ ਸ਼ਬਦ ਦੁਆਰਾ ਉਸ ਵਾਹਿਗੁਰੂ ਦੇ ਮਹਿਲਾਂ ਵਿੱਚ ਜਾ ਕੇ ਸੁਖ ਪ੍ਰਾਪਤ ਕਰਦੀ ਹੈ। ਬਾਬਲ ਦਿੱਤੜੀ ਦੂਰ ਨਾ ਆਵੈ, ਕਰ ਪਈਐ ਬਲਰਾਮ ਜੀਓ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਅੰਗ ਦੇ ਵਿੱਚ ਫਰਮਾਉਂਦੇ ਨੇ, ਬਾਬਲ ਦਿੱਤੜੀ ਦੂਰ। ਬਾਬਲ ਦਾ ਅਰਥ ਪਿਤਾ ਹੈ ਤੇ ਪਿਤਾ ਕੌਣ? ਧਰਮ ਦੇ ਪਿਤਾ ਸਤਿਗੁਰੂ ਨੇ। ਇਹ ਪਿਤਾ ਸਤਿਗੁਰੂ ਨੇ ਦਿੱਤੜੀ ਦੂਰ, ਇਹ ਜੀਵ ਰੂਪ ਇਸਤਰੀ ਨੂੰ ਹੁਣ ਦੂਰ ਵਿਆਹ ਦਿੱਤਾ ਹੈ। ਕਿਉਂਕਿ ਪਰਮੇਸ਼ਰ ਦਾ ਘਰ ਦੂਰ ਹੀ ਹੈ ਨਾ। ਵੀ ਸਤਿਗੁਰੂ ਨੇ ਕਿਰਪਾ ਕੀਤੀ, ਇਸ ਜੀਵ ਰੂਪ ਇਸਤਰੀ ਨੂੰ ਦੂਰ ਵਿਆਹ ਦਿੱਤਾ ਹੈ। ਨਾ ਆਵੇ ਕਰ ਪੀਏ, ਇਹ ਹੁਣ ਪੇਕੇ ਘਰ ਦੇ ਵਿੱਚ ਮੁੜ ਕੇ ਨਹੀਂ ਆਵੇਗੀ। ਕਿਉਂਕਿ ਗੁਰੂ ਦੀ ਕਿਰਪਾ ਨਾਲ ਜਦੋਂ ਵੀ ਕਿਸੇ ਜੀਵ ਦਾ ਪਰਮੇਸ਼ਰ ਦੇ ਨਾਲ ਸੰਬੰਧ ਜੁੜ ਜਾਂਦਾ ਹੈ ਤੇ ਫਿਰ ਉਹ ਵਾਪਸ ਮੁੜ ਕੇ ਸੰਸਾਰ ਵਿੱਚ ਨਹੀਂ ਆ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਾਬਲ ਦਿੱਤੜੀ ਦੂਰ, ਵੀ ਸਤਿਗੁਰੂ ਨੇ ਵੀ ਮੈਨੂੰ ਦੂਰ ਭੇਜ ਦਿੱਤਾ ਹੈ, ਪਰਮੇਸ਼ਰ ਪਤੀ ਦੇ ਘਰ ਦੂਰ ਕਰ ਦਿੱਤਾ ਹੈ। ਹੁਣ ਮੁੜ ਕੇ ਮੈਂ ਪੇਕੇ ਘਰ ਸੰਸਾਰ ਦੇ ਵਿੱਚ ਨਹੀਂ ਆਵਾਂਗੀ। ਬਲਰਾਮ ਜੀਓ, ਮੈਂ ਬਲਿਹਾਰ ਜਾਵਾਂ ਉਸ ਪਤੀ ਪਰਮੇਸ਼ਰ ਜੀ ਤੋਂ। ਰੈਸੀ ਵੇਖਾ ਦੂਰ ਫਿਰ ਰਾਵੀ ਘਰ ਸੋਹੀਐ ਬਲਰਾਮ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਹਿਸੀ ਵੇਖ ਹਦੂਰ, ਵੀ ਜਿਹੜੀ ਜੀਵ ਰੂਪ ਇਸਤਰੀ ਹੈ ਉਸ ਪਤੀ ਪਰਮੇਸ਼ਰ ਨੂੰ, ਹਦੂਰ ਦਾ ਅਰਥ ਹੈ ਕੋਲ ਬੈਠਾ ਵੇਖ ਕੇ। ਰਹਿਸੀ ਵੇਖ ਹਦੂਰ, ਉਸ ਵਾਹਿਗੁਰੂ ਨੂੰ ਕੋਲ ਬੈਠਾ ਵੇਖ ਕੇ ਬੜੀ ਖੁਸ਼ ਹੋਈ। ਫਿਰ ਰਾਵੀ, ਤੇ ਫਿਰ ਪਤੀ ਪਰਮੇਸ਼ਰ ਨੇ ਵੀ ਉਸ ਨੂੰ ਰਾਵਿਆ, ਉਸ ਨੂੰ ਆਨੰਦ ਬਖਸ਼ਿਆ। ਘਰ ਸੋਹੀ ਹੈ, ਫਿਰ ਉਹ ਪਤੀ ਦੇ ਘਰ ਦੇ ਵਿੱਚ ਬੜੀ ਸ਼ੋਭਾ ਨੂੰ ਪ੍ਰਾਪਤ ਕਰਦੀ ਹੈ। ਬਲਰਾਮ ਜੀਓ, ਐਸੇ ਪਤੀ ਪਰਮੇਸ਼ਰ ਤੋਂ ਹਮੇਸ਼ਾ ਲਈ ਬਲਿਹਾਰ ਜਾਣਾ ਚਾਹੀਦਾ ਹੈ। ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਚੇ ਪਿਰ ਲੋੜੀ, ਵੀ ਉਹ ਸੱਚੇ ਪਿਰ ਪਤੀ ਪਰਮੇਸ਼ਰ ਨੂੰ ਵੀ ਲੋੜੀ ਦਾ ਅਰਥ ਚਾਹੀਦੀ ਸੀ। ਸਾਚੇ ਪਿਰ ਲੋੜੀ, ਉਹ ਸੱਚੇ ਪਿਰ ਪਤੀ ਨੂੰ ਵੀ ਜੀਵ ਰੂਪ ਇਸਤਰੀ ਦੀ ਲੋੜ ਸੀ। ਪ੍ਰੀਤਮ ਜੋੜੀ, ਇਸੇ ਲਈ ਉਸ ਪਿਆਰੇ ਪ੍ਰੀਤਮ ਨੇ, ਉਸ ਪਿਆਰੇ ਪ੍ਰਭੂ ਨੇ ਆਪਣੇ ਨਾਲ ਉਸ ਨੂੰ ਜੋੜ ਲਿਆ। ਕਿਉਂਕਿ ਪਤੀ ਨੂੰ ਵੀ ਲੋੜ ਸੀ, ਪਤੀ ਨੂੰ ਵੀ ਇਸਤਰੀ ਦੀ ਲੋੜ ਹੁੰਦੀ ਹੈ ਨਾ। ਸਾਚੇ ਪਿਰ ਲੋੜੀ, ਉਹ ਸੱਚੇ ਪਿਰ ਪਤੀ ਪਰਮੇਸ਼ਰ ਨੂੰ ਵੀ ਸਾਡੀ ਲੋੜ ਸੀ। ਇਸੇ ਲਈ ਉਸ ਪਿਆਰੇ ਪ੍ਰੀਤਮ ਨੇ ਆਪਣੇ ਨਾਲ ਸਾਨੂੰ ਜੋੜ ਲਿਆ। ਮਤ ਪੂਰੀ ਪ੍ਰਧਾਨੇ, ਹੁਣ ਜੀਵ ਰੂਪ ਇਸਤਰੀ ਵੀ ਐਨ ਪੂਰੀ ਮਤ ਨੂੰ ਪ੍ਰਾਪਤ ਕਰਕੇ ਪ੍ਰਧਾਨੇ, ਸਭ ਤੋਂ ਪ੍ਰਧਾਨੇ ਮੁਖੀ ਪ੍ਰਧਾਨ ਮੰਤਰੀ ਬਣ ਗਈ ਹੈ। ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸੰਜੋਗੀ ਮੇਲਾ ਥਾਨ ਸੁਹੇਲਾ, ਜਿਹੜਾ ਸੁਹੇਲਾ ਅਸਥਾਨ ਸੀ
ਭਾਵ ਸਾਧ ਸੰਗਤ। ਸੰਜੋਗੀ ਮੇਲਾ ਵੀ ਸਾਧ ਸੰਗਤ ਦੁਆਰਾ, ਵੀ ਗੁਰੂ ਦੇ ਸੰਜੋਗ ਦੁਆਰਾ ਅਥਵਾ ਸੁਰਤ ਸ਼ਬਦ ਦੇ ਸੁਮੇਲ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਗੁਣਵੰਤੀ ਗੁਰ ਗਿਆਨੀ, ਹੁਣ ਗੁਰੂ ਦੇ ਬਖਸ਼ੇ ਗਿਆਨ ਨੂੰ ਪ੍ਰਾਪਤ ਕਰਕੇ ਹੁਣ ਇਹ ਜੀਵ ਰੂਪ ਇਸਤਰੀ ਗੁਣਵੰਤੀ ਚੰਗੇ ਗੁਣਾਂ ਵਾਲੀ ਬਣ ਗਈ ਹੈ। ਸਤ ਸੰਤੋਖ ਸਦਾ ਸਚ ਪੱਲੈ, ਸਚ ਬੋਲੇ ਫਿਰ ਪਾਏ। ਹੁਣ ਇਹ ਜੀਵ ਰੂਪ ਇਸਤਰੀ ਦੇ ਪੱਲੇ ਸਤ ਸੰਤੋਖ ਆਦਿ ਗੁਣ ਆ ਗਏ ਨੇ। ਸਤ ਸੰਤੋਖ ਸਦਾ ਸੱਚ ਪੱਲੇ, ਤੇ ਨਾਲ ਜਿਹੜਾ ਸੱਚ ਬੋਲਣ ਦਾ, ਜਿਹੜਾ ਸਤ ਸੰਤੋਖ ਸਤ ਦਾ ਅਰਥ ਹੈ ਸਤ ਪ੍ਰਤੱਗੀ ਹੋਣਾ, ਤੇ ਸੰਤੋਖ ਧਾਰਨ ਕਰਨਾ, ਤੇ ਸਦਾ ਹੀ ਸੱਚ ਬੋਲਣਾ। ਇਹ ਉਸਦੇ ਪੱਲੇ ਵਿੱਚ ਦੈਵੀ ਗੁਣ ਆ ਗਏ ਨੇ। ਸੱਚ ਬੋਲੇ ਫਿਰ ਪਾਏ, ਤੇ ਉਹ ਜੀਵ ਰੂਪ ਇਸਤਰੀ ਹਮੇਸ਼ਾ ਪਤੀ ਦੇ ਸਾਹਮਣੇ ਸੱਚ ਬੋਲਦੀ ਹੈ, ਤੇ ਸੱਚ ਬੋਲਣ ਕਰਕੇ ਫਿਰ ਪਾਏ ਪਤੀ ਦੇ ਮਨ ਨੂੰ ਭਾ ਗਈ ਹੈ। ਨਾਨਕ ਵਿਛੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵ ਰੂਪ ਇਸਤਰੀ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉਸ ਵਾਹਿਗੁਰੂ ਦੇ ਅੰਕ ਸਰੂਪ ਦੇ ਵਿੱਚ ਅਥਵਾ ਉਹਦੀ ਗੋਦ ਵਿੱਚ ਸਮਾ ਜਾਂਦੀ ਹੈ, ਨਾਨਕ ਵਿਛੜ ਨਾ ਦੁੱਖ ਪਾਏ। ਫਿਰ ਉਹ ਨਾ ਕਦੇ ਵਾਹਿਗੁਰੂ ਤੋਂ ਵਿਛੜਦੀ ਹੀ ਹੈ, ਤੇ ਨਾ ਹੀ ਕਦੇ ਉਹ ਵਿਛੋੜੇ ਦਾ ਦੁੱਖ ਹੀ ਪਾਉਂਦੀ ਹੈ। ਜਿਹੜੀ ਜੀਵ ਰੂਪ ਇਸਤਰੀ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉਸ ਪਤੀ ਦੇ ਅੰਕ ਸਰੂਪ ਦੇ ਵਿੱਚ ਸਮਾ ਜਾਂਦੀ ਹੈ, ਉਹ ਕਦੇ ਫਿਰ ਵਿਛੜਦੀ ਨਹੀਂ ਹੈ, ਤੇ ਨਾ ਹੀ ਉਹਨੂੰ ਕਦੇ ਵਿਛੋੜੇ ਦਾ ਦੁੱਖ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਆਪਣੀ ਅਗਮਾ ਅਗਾਧ ਬਾਣੀ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਇੱਕ ਬੜਾ ਸੋਹਣਾ ਇਹ ਪਤੀ ਸਤੀ ਦਾ ਰੂਪਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਣਨ ਕੀਤਾ ਹੈ, ਜਿਸ ਦੀ ਵਿਚਾਰ ਸੰਗਤਾਂ ਨੇ ਸੁਣੀ ਹੈ, ਤੇ ਆਪਾਂ ਇਹਨੂੰ ਆਪਣੇ ਹਿਰਦੇ ਵਿੱਚ ਵਸਾਈਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਤ ਸੰਤੋਖ ਸਦਾ ਸਚ ਪੱਲੈ, ਸਚ ਬੋਲੇ ਫਿਰ ਪਾਏ। ਨਾਨਕ ਵਿਛੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।